ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਸਿੰਘ ਜੋਗੀ ਕਪੂਰਥਲੇ ਦੇ ਰਹਿਣ ਵਾਲੇ ਹਨ। ਉਹਨਾਂ ਨੇ ਆਪਣੇ ਜੀਵਨ ਦੀ ਇੱਕ ਬਹੁਤ ਹੀ ਹੈਰਾਨ ਭਰੀ ਘਟਨਾ ਸਾਂਝੀ ਕੀਤੀ। ਉਹ ਲਿਖਦੇ ਹਨ ਕਿ 1971 ਦੀ ਗੱਲ ਹੈ। ਗਰਮੀਆਂ ਦੇ ਦਿਨ ਸੀ। ਕਪੂਰਥਲੇ ਦੇ ਬਾਵਿਆਂ ਵਾਲਾ ਗੁਰਦੁਆਰਾ ਜੋ ਸ਼ਾਲੀਮਾਰ ਬਾਗ ਦੇ ਕੋਲ ਹੈ, ਉੱਥੇ ਦੀਆਂ ਸੰਗਤਾਂ ਨੇ ਹੇਮਕੁੰਟ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ। ਮੇਰੇ ਮਾਤਾ ਪਿਤਾ ਦੀ ਵੀ ਇਸ ਯਾਤਰਾ 'ਤੇ ਜਾਣ ਦੀ ਬਹੁਤ ਇੱਛਾ ਸੀ। ਮੇਰੀ ਡਿਊਟੀ ਪੰਜਾਬ ਤੋਂ ਬਾਹਰ ਸੀ। ਮੇਰੇ ਕੋਲ ਟਾਈਮ ਨਾ ਹੋਣ ਕਰਕੇ ਮੈਂ ਉਹਨਾਂ ਨੂੰ ਇਕੱਲਿਆਂ ਜਾਣ ਲਈ ਹੀ ਕਹਿ ਦਿੱਤਾ। ਮੇਰੇ ਮਾਤਾ ਜੀ ਦੀ ਸਿਹਤ ਕੁਝ ਠੀਕ ਨਹੀਂ ਸੀ, ਪਰ ਸ਼ਰਧਾ ਪੂਰਵਕ ਉਹ ਯਾਤਰਾ 'ਤੇ ਚਲੇ ਗਏ। ਸਾਰੀ ਸੰਗਤ ਹੇਮਕੁੰਟ ਸਾਹਿਬ ਪਹੁੰਚੀ ਤੇ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਮੇਰੇ ਮਾਤਾ ਪਿਤਾ ਜੀ ਵੀ ਹੌਲੀ ਹੌਲੀ ਚੱਲਦੇ ਰਹੇ। ਕੁਝ ਕੁ ਦੂਰੀ 'ਤੇ ਜਾ ਕੇ ਮੇਰੇ ਮਾਤਾ ਜੀ ਬਹੁਤ ਥੱਕ ਗਏ ਤੇ ਇੱਕ ਪੱਥਰ ਦਾ ਸਹਾਰਾ ਲੈ ਕੇ ਬੈਠ ਗਏ। ਉਹਨਾਂ ਨੇ ਮੇਰੇ ਪਿਤਾ ਜੀ ਨੂੰ ਆਖਿਆ ਕਿ ਤੁਸੀਂ ਅੱਗੇ ਚਲੋ, ਮੈਂ ਪਿੱਛੇ ਪਿੱਛੇ ਆਉਂਦੀ ਹਾਂ। ਉਹ ਗੋਡਿਆਂ ਵਿੱਚ ਮੂੰਹ ਦੇ ਕੇ ਬੈਠ ਗਏ। ਉਹਨਾਂ ਨੂੰ ਲੱਗਾ ਕਿ ਮੇਰਾ ਅੰਤਿਮ ਸਮਾਂ ਆ ਗਿਆ ਹੈ। ਇੰਨੇ ਨੂੰ ਇੱਕ ਬਜ਼ੁਰਗ ਆਏ ਤੇ ਉਹਨਾਂ ਨੇ ਮੇਰੇ ਮਾਤਾ ਜੀ ਦੇ ਪਿੱਠ ਉੱਤੇ ਥਾਪੜਾ ਦੇ ਕੇ ਕਿਹਾ ਕਿ ਬੇਟੀ ਕੀ ਹੋਇਆ। ਮੇਰੇ ਮਾਤਾ ਜੀ ਨੇ ਆਖਿਆ ਕਿ ਬਾਪੂ ਜੀ ਮੈਂ ਬਹੁਤ ਥੱਕ ਗਈ ਹਾਂ। ਤਾਂ ਬਜ਼ੁਰਗ ਆਖਣ ਲੱਗੇ, ਬੇਟੀ ਤੈਨੂੰ ਕੁਝ ਨਹੀਂ ਹੋਇਆ ਹੈ, ਤੇਰੇ ਵਿੱਚ ਬਹੁਤ ਤਾਕਤ ਹੈ, ਤੂੰ ਹੁਣੇ ਸਾਰਿਆਂ ਦੇ ਨਾਲ ਰਲ ਜਾਵੇਂਗੀ। ਬਜ਼ੁਰਗ ਨੇ ਮੇਰੇ ਮਾਤਾ ਜੀ ਨੂੰ ਥਾਪੜਾ ਦਿੱਤਾ। ਮੇਰੇ ਮਾਤਾ ਜੀ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਉਹ ਬਜ਼ੁਰਗ ਸੰਗਤ ਵਿੱਚ ਕਿਤੇ ਗਾਇਬ ਹੋ ਗਏ। ਮੇਰੇ ਮਾਤਾ ਜੀ ਦੱਸਦੇ ਹਨ ਕਿ ਉਹਨਾਂ ਵਿੱਚ ਇੱਕ ਅਲੱਗ ਜਿਹੀ ਸ਼ਕਤੀ ਆ ਗਈ ਸੀ। ਉਹਨਾਂ ਨੇ ਛੇਤੀ ਛੇਤੀ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ ਤੇ ਛੇਤੀ ਹੀ ਕਪੂਰਥਲੇ ਵਾਲੀ ਸੰਗਤ ਨਾਲ ਰਲ ਗਏ। ਸਾਰੇ ਹੈਰਾਨ ਸੀ ਕਿ ਮੇਰੀ ਮਾਤਾ ਜੀ ਨੇ ਇੰਨੀ ਛੇਤੀ ਚੜ੍ਹਾਈ ਕਿਵੇਂ ਚੜ੍ਹੀ। ਮੇਰੀ ਮਾਤਾ ਜੀ ਦਾ ਮੰਨਣਾ ਸੀ ਕਿ ਉਹ ਇੱਕ ਰੱਬੀ ਰੂਪ ਸੀ, ਕੋਈ ਆਮ ਬਜ਼ੁਰਗ ਨਹੀਂ। ਫਿਰ ਮੇਰੇ ਮਾਤਾ ਪਿਤਾ ਨੇ ਚੜ੍ਹਾਈ ਚੜ੍ਹਨੀ ਸ਼ੁਰੂ ਕਰ ਦਿੱਤੀ। ਅੱਗੇ ਹੋਰ ਸੰਗਤਾਂ ਨਾਲ ਉਹਨਾਂ ਦਾ ਮਿਲਾਪ ਹੋਇਆ। ਮੇਰੇ ਪਿਤਾ ਜੀ ਨੇ ਆਪਣੀ ਸੋਟੀ ਇੱਕ ਜ਼ਰੂਰਤਮੰਦ ਬਜ਼ੁਰਗ ਨੂੰ ਦਿੱਤੀ। ਇਹ ਸਭ ਮੁੰਬਈ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਵੇਖ ਰਿਹਾ ਸੀ। ਉਹ ਮੇਰੇ ਮਾਤਾ ਪਿਤਾ ਦੇ ਕੋਲ ਆਇਆ ਤੇ ਮੇਰੇ ਪਿਤਾ ਜੀ ਦੀ ਤਾਰੀਫ ਕਰਨ ਲੱਗ ਪਿਆ। ਉਹ ਕਹਿਣ ਲੱਗਾ ਕਿ ਤੁਸੀਂ ਆਪਣੀ ਸੋਟੀ ਕਿਸੇ ਜ਼ਰੂਰਤਮੰਦ ਬਜ਼ੁਰਗ ਨੂੰ ਦੇ ਕੇ ਆਪਣੀ ਯਾਤਰਾ ਦਾ ਫਲ ਦੁੱਗਣਾ ਕਰ ਲਿਆ ਹੈ। ਫਿਰ ਸੁਰਿੰਦਰ ਸਿੰਘ ਸਾਰੀ ਯਾਤਰਾ ਵਿੱਚ ਮੇਰੇ ਮਾਤਾ ਪਿਤਾ ਦੇ ਨਾਲ ਹੀ ਰਿਹਾ। ਮੇਰੇ ਮਾਤਾ ਪਿਤਾ ਦੀ ਹਰ ਵਕਤ ਸੇਵਾ ਕਰਦਾ ਰਿਹਾ। ਸਰੋਵਰ ਵਿੱਚ ਨਹਾਉਂਦੇ ਸਮੇਂ ਕੱਪੜਿਆਂ ਦੀ ਨਿਗਰਾਨੀ ਕਰਨੀ, ਕੜਾਹ ਪ੍ਰਸ਼ਾਦ ਲਿਆਉਣਾ, ਲੰਗਰ ਦਾ ਇੰਤਜ਼ਾਮ ਕਰਨਾ ਆਦਿ। ਹੇਮਕੁੰਟ ਸਾਹਿਬ ਤੋਂ ਆਉਂਦਿਆਂ ਹੋਇਆ ਸੁਰਿੰਦਰ ਸਿੰਘ ਨੇ ਕਿਹਾ ਕਿ 3 ਮਹੀਨੇ ਬਾਅਦ ਮੇਰੀ ਭੈਣ ਦੀ ਸ਼ਾਦੀ ਹੈ, ਤੁਸੀਂ ਜ਼ਰੂਰ ਆਉਣਾ ਹੈ। ਉਸਨੇ ਜਲਦੀ ਨਾਲ ਆਪਣੀ ਜੇਬ ਵਿੱਚੋਂ ਇੱਕ ਕਾਗਜ਼ ਕੱਢਿਆ ਤੇ ਕਾਗਜ਼ ਦੇ ਉੱਤੇ ਐਡਰੈਸ ਲਿਖ ਦਿੱਤਾ ਤੇ ਕਿਹਾ ਕਿ ਇਸ ਨੂੰ ਸੰਭਾਲ ਕੇ ਰੱਖਿਓ ਤੇ ਜ਼ਰੂਰ ਆਇਓ। ਥੋੜ੍ਹੀ ਦੇਰ ਬਾਅਦ ਉਹ ਭੀੜ ਵਿੱਚ ਮੇਰੇ ਮਾਤਾ ਪਿਤਾ ਤੋਂ ਅਲੱਗ ਹੋ ਗਿਆ। ਕਪੂਰਥਲੇ ਪਹੁੰਚ ਕੇ ਮੇਰੇ ਮਾਤਾ ਪਿਤਾ ਨੇ ਮੈਨੂੰ ਚਿੱਠੀ ਲਿਖੀ। ਉਹਨਾਂ ਦਿਨਾਂ ਵਿੱਚ ਮੇਰੀ ਡਿਊਟੀ ਏਜੀ ਆਫਿਸ ਸ਼ਿਮਲਾ ਵਿੱਚ ਸੀ। ਉਸ ਚਿੱਠੀ ਵਿੱਚ ਮੇਰੇ ਮਾਤਾ ਪਿਤਾ ਨੇ ਖਾਸ ਲਿਖਿਆ ਸੀ ਕਿ ਤੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਹੈ। ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਸਾਨੂੰ ਜੋ ਲੜਕਾ ਮਿਲਿਆ ਸੀ, ਉਸਨੇ ਸਾਡੀ ਇੰਨੀ ਸੇਵਾ ਕੀਤੀ ਕਿ ਸ਼ਾਇਦ ਸਾਡੀ ਆਪਣੀ ਔਲਾਦ ਵੀ ਨਹੀਂ ਕਰਦੀ। 3 ਮਹੀਨੇ ਬਾਅਦ ਉਸਦੇ ਭੈਣ ਦਾ ਵਿਆਹ ਹੈ, ਤੂੰ ਜ਼ਰੂਰ ਜਾਵੀਂ। ਜੇ ਤੇਰੇ ਕੋਲ ਵਕਤ ਨਹੀਂ ਹੈ ਤਾਂ ਕਮ ਸੇ ਕਮ ਇੱਕ ਧੰਨਵਾਦ ਚਿੱਠੀ ਤਾਂ ਜ਼ਰੂਰ ਲਿਖੀ। 1 ਹਫ਼ਤੇ ਬਾਅਦ ਮੈਂ ਉਹਨਾਂ ਨੂੰ ਚਿੱਠੀ ਲਿਖੀ ਤੇ ਚਿੱਠੀ ਵਿੱਚ ਮੈਂ ਸੁਰਿੰਦਰ ਸਿੰਘ ਦਾ ਧੰਨਵਾਦ ਕੀਤਾ ਤੇ ਵਿਆਹ ਵਿੱਚ ਆਉਣ ਦਾ ਪੱਕਾ ਵਾਅਦਾ ਕੀਤਾ। ਕੁਝ 25 ਦਿਨ ਬਾਅਦ ਉਸ ਚਿੱਠੀ ਦਾ ਜਵਾਬ ਆਇਆ। ਮੈਂ ਖੁਸ਼ੀ ਖੁਸ਼ੀ ਚਿੱਠੀ ਖੋਲ੍ਹੀ। ਚਿੱਠੀ ਵਿੱਚ ਸੁਰਿੰਦਰ ਸਿੰਘ ਦੇ ਪਿਤਾ ਲਿਖਦੇ ਹਨ ਕਿ ਸਨਮਾਨਯੋਗ ਜਤਿੰਦਰ ਸਿੰਘ ਜੀ, ਮੈਨੂੰ ਤੁਹਾਡੀ ਚਿੱਠੀ ਮਿਲੀ। ਪੜ੍ਹ ਕੇ ਜਿੰਨੀ ਖੁਸ਼ੀ ਹੋਈ ਉਨਾ ਹੀ ਦੁੱਖ ਵੀ ਹੋਇਆ। ਸਾਨੂੰ ਇਹ ਦੱਸਦਿਆਂ ਬੜਾ ਦੁੱਖ ਹੋ ਰਿਹਾ ਹੈ ਕਿ ਤੁਸੀਂ ਜਿਸ ਪੁੱਤਰ ਦੀ ਗੱਲ ਕਰ ਰਹੇ ਹੋ ਉਹ 10 ਸਾਲ ਪਹਿਲਾਂ ਹੀ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਪਰ ਸਾਨੂੰ ਖੁਸ਼ੀ ਹੈ ਕਿ ਜਿਉਂਦੇ ਜੀ ਉਹ ਸੰਗਤਾਂ ਦੀ ਸੇਵਾ ਨਹੀਂ ਕਰ ਸਕਿਆ, ਪਰ ਮਰਨ ਤੋਂ ਬਾਅਦ ਉਹ ਅੱਜ ਤੱਕ ਸੇਵਾ ਕਰ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।